थैंक यू जीसस, थैंक यू जीसस। प्रेज द लॉर्ड। ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਬ੍ਰਦਰ ਵਿਸ਼ਾਲ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਫ੍ਰੀ ਵਰਸ ਬਾਈ ਵਰਸ ਬਾਈਬਲ ਸਟੱਡੀ ਦੇ ਵਿੱਚ। ਅਤੇ ਅੱਜ ਅਸੀਂ ਮੱਤੀ ਦੀ ਅੰਜੀਲ ਉਹਦੇ ਅਧਿਆਇ 3 ਵਚਨ 6 ਤੋਂ ਲੈ ਕੇ 12 ਤੱਕ ਦੇਖਾਂਗੇ। ਅਤੇ ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਸੱਚੀ ਅਤੇ ਝੂਠੀ ਤੌਬਾ ਦੇ ਵਿੱਚ ਅੰਤਰ। ਅਤੇ ਅਸੀਂ ਦੇਖਾਂਗੇ ਮੱਤੀ ਦੀ ਅੰਜੀਲ ਉਹਦਾ ਅਧਿਆਇ 3 ਵਚਨ 6 ਤੋਂ। ਅਤੇ ਆਪੋ ਆਪਣੇ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹਦੇ ਹੱਥੋਂ ਬਪਤਿਸਮਾ ਲੈਂਦੇ ਸਨ। ਹਾਂਜੀ। ਪਰ ਜਾਂ ਉਹਨੇ ਵੇਖਿਆ ਜੋ ਫਰੀਸੀਆਂ ਅਤੇ ਸਦੂਕੀਆਂ ਵਿੱਚੋਂ ਬਥੇਰੇ ਮੇਥੋਂ ਬਪਤਿਸਮਾ ਲੈਣ ਨੂੰ ਆਉਂਦੇ ਹਨ, ਤਾਂ ਉਹਨਾਂ ਨੂੰ ਕਿਹਾ ਕਿ ਇਹ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿੰਨ ਦੱਸਿਆ? ਸੋ ਤੁਸੀਂ ਤੋਬਾ ਜੋਗਾ ਫਲ ਦਿਓ। ਆਮੀਨ। ਸੋ ਇੱਥੇ ਲਿਖਿਆ ਆ ਕਿ ਜਦੋਂ ਵਚਨ 1 ਤੋਂ ਅਸੀਂ ਪੜ੍ਹ ਕੇ ਆਉਂਦੇ ਆ, ਪਿਛਲੀ ਵਾਰੀ ਅਸੀਂ ਤੇ ਸਟੱਡੀ ਲਈ ਸੀ ਕਿ ਉਹਨੇ ਦਿਨ ਆ ਕੇ ਯਹੂਨਾ ਬਪਤਿਸਮਾ ਦੇਣ ਵਾਲਾ ਆ ਕੇ ਯਹੂਦੀਆਂ ਦੇ ਜੰਗਲ ਵਿੱਚ ਪ੍ਰਚਾਰ ਕਰਨ ਲੱਗਾ ਕਿ ਤੌਬਾ ਕਰੋ ਕਿਉਂ ਜੋ ਪਰਮੇਸ਼ਰ ਦਾ ਰਾਜ ਨੇੜੇ ਆ। ਅਤੇ ਉਸਦੀ ਪ੍ਰੀਚਿੰਗ ਦੇ ਵੱਲ ਦੇਖ ਕੇ, ਉਸਦੇ ਲਾਈਫ ਸਟਾਈਲ ਵੱਲ ਦੇਖ ਕੇ, ਉਸਦੇ ਕਰੈਕਟਰ ਵੱਲ ਦੇਖ ਕੇ ਅਤੇ ਜੇ ਜਾਣ ਕੇ ਕਿ ਉਹ ਪਰਮੇਸ਼ਰ ਦਾ ਸੱਚਾ ਨਬੀ ਆ, ਬਹੁਤ ਸਾਰੇ ਲੋਕਾਂ ਨੇ ਆਪਣਾ ਮਨ ਫਿਰਾਇਆ। ਅਤੇ ਲਿਖਿਆ ਕਿ ਯਰੂਸ਼ਲਮ ਤੋਂ, ਯਹੂਦੀਆ ਤੋਂ ਅਤੇ ਆਸ-ਪਾਸ ਦੇ ਨਗਰਾਂ ਤੋਂ ਬਹੁਤ ਸਾਰੇ ਲੋਕ ਨਿਕਲ ਆਏ ਅਤੇ ਆਪੋ ਆਪਣੇ ਪਾਪਾਂ ਨੂੰ ਮੰਨ ਕੇ ਉਹਦੇ ਹੱਥੋਂ ਬਪਤਿਸਮਾ ਲਿਆ। ਸੋ ਇੱਕ ਸੱਚੀ ਤੋਬਾ ਲੋਕਾਂ ਨੇ ਕੀਤੀ। ਉਹਨਾਂ ਨੇ ਆਪਣੇ ਜੀਵਨ ਨੂੰ ਬਦਲਿਆ ਕਿ ਪਰਮੇਸ਼ਰ ਦਾ ਰਾਜ ਆਉਣ ਵਾਲਾ ਆ, ਪਰਮੇਸ਼ਰ ਆਉਣ ਵਾਲਾ ਹੈ, ਜਿਹੜੀ ਭਵਿਸ਼ਵਾਣੀਆਂ ਪੁਰਾਣੇ ਨਿਯਮ ਦੇ ਵਿੱਚ ਸੀ। ਅਤੇ ਲਿਖਿਆ ਕਿ ਜਦੋਂ ਲੋਕੀ ਬਪਤਿਸਮਾ ਲੈ ਰਹੇ ਸੀ, ਸੱਚੀ ਤੌਬਾ ਕਰਕੇ ਸੱਚੇ ਦਿਲੋਂ ਬਪਤਿਸਮਾ ਲੈ ਰਹੇ ਸੀ, ਤਾਂ ਲਿਖਿਆ ਉਹਨੇ ਆਪਣੀ ਵੱਲ ਸ਼ਾਸਤਰੀਆਂ ਅਤੇ ਫਰੀਸੀਆਂ ਨੂੰ ਆਉਂਦੇ ਦੇਖਿਆ। ਸੋ ਇੱਥੇ ਪਹਿਲੀ ਵਾਰੀ ਸ਼ਾਸਤਰੀਆਂ ਤੇ ਫਰੀਸੀਆਂ ਦਾ ਜ਼ਿਕਰ ਆਉਂਦਾ ਆ, ਕਿਉਂਕਿ ਪੁਰਾਣੇ ਨਿਯਮ ਦੇ ਵਿੱਚ ਇਹਨਾਂ ਦਾ ਕੋਈ ਜ਼ਿਕਰ ਨਹੀਂ ਆ। ਅਤੇ ਇਹ ਜਿਹੜੇ ਸ਼ਾਸਤਰੀ ਫਰੀਸੀ ਸੀ ਇਜ਼ਰਾ ਦੇ ਸਮੇਂ ਤੋਂ ਆਏ। ਅਤੇ ਜਿਹੜਾ ਪੁਰਾਣਾ ਤੇ ਨया ਨਿਯਮ ਆ, ਉਹਨਾਂ ਦੋਨਾਂ ਦੇ ਵਿੱਚ ਲਗਭਗ 400 ਸਾਲ ਦਾ ਅੰਤਰ ਆ। ਪੁਰਾਣੇ ਨਿਯਮ ਤੋਂ ਲੈ ਕੇ ਨਵੇਂ ਨਿਯਮ ਦੇ ਵਿੱਚ ਜਿਹੜਾ ਗੈਪ ਆ ਉਹ 400 ਸਾਲ ਦਾ ਲਗਭਗ ਆ। ਅਤੇ ਉਸ ਸਮੇਂ ਦੇ ਵਿੱਚ ਸ਼ਾਸਤਰੀ ਅਤੇ ਫਰੀਸੀ ਆਏ ਅਤੇ ਇਹਨਾਂ ਦਾ ਕਾਫੀ ਜ਼ਿਆਦਾ ਵੱਧ ਗਿਆ, ਇਹਨਾਂ ਦਾ ਨਾਮ ਵੱਧ ਗਿਆ। ਅਤੇ ਜਿਹੜੇ ਫਰੀਸੀ ਸੀਗੇ ਉਹ ਉਹ ਸ਼ਾਸਤਰਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਸੀ। ਉਹ ਰੀਤੀ ਰਿਵਾਜਾਂ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਿੰਦੇ ਸੀਗੇ, ਵਚਨ ਦੇ ਉੱਤੇ, ਪੁਰਾਣੇ ਨਿਯਮ ਦੇ ਉੱਤੇ ਜ਼ਿਆਦਾ ਧਿਆਨ ਦਿੰਦੇ ਸੀ। ਅਤੇ ਬਹੁਤ ਜ਼ਿਆਦਾ ਉਹਨਾਂ ਨੇ ਵਚਨ ਨੂੰ ਇੰਨਾ ਜ਼ਿਆਦਾ ਵਚਨ ਦੇ ਉੱਤੇ ਡਿਪੈਂਡ ਕਰ ਦਿੱਤਾ ਸੀ ਕਿ ਲੋਕਾਂ ਦੇ ਉੱਤੇ ਬੋਝ ਪਾਉਣਾ ਸ਼ੁਰੂ ਕਰ ਦਿੱਤਾ ਸੀ, ਕਿ ਲੋਕਾਂ ਨੂੰ ਜਿਹੜਾ ਸ਼ਾਸਤਰ ਬੋਝ ਲੱਗਣਾ ਸ਼ੁਰੂ ਹੋ ਗਿਆ ਸੀ। ਅਤੇ ਯਿਸੂ ਮਸੀਹ ਨੇ ਕਿਹਾ ਕਿ ਇਹ ਦੂਸਰਿਆਂ ਨੂੰ ਤਾਂ ਸਿਖਾਉਂਦੇ ਆ, ਜਦੋਂ ਅਸੀਂ ਅੱਗੇ ਜਾ ਕੇ ਪੜ੍ਹਦੇ ਆ ਕਿ ਤੁਸੀਂ ਦੂਸਰਿਆਂ ਨੂੰ ਸਿਖਾਉਂਦੇ ਪਰ ਤੁਸੀਂ ਆਪ ਵਚਨ ਦੇ ਉੱਤੇ ਨਹੀਂ ਚੱਲਦੇ। ਅਤੇ ਜਿਹੜੇ ਫਰੀਸੀ ਸੀਗੇ ਇਹ ਜੀ ਉੱਠਣ ਦੇ ਵਿੱਚ, ਸਵਰਗ ਦੂਤਾਂ ਦੇ ਵਿੱਚ, ਆਤਮਿਕ ਸਪਿਰਿਚੁਅਲ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਪਰ ਦੂਸਰੀ ਤਰਫ ਜਿਹੜੇ ਸਦੂਕੀ ਸੀਗੇ ਉਹ ਜੀ ਉੱਠਣ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਸੀ ਰੱਖਦੇ। ਉਹ ਸਿਰਫ ਇਸ ਲਾਈਫ ਦੇ ਨਾਲ ਉਹਨਾਂ ਨੂੰ ਮਤਲਬ ਸੀਗਾ ਕਿ ਖਾਓ ਪੀਓ, ਕੱਲ ਨੂੰ ਤਾਂ ਮਾਰੀ ਜਾਣਾ, ਏਦਾਂ ਦਾ ਸੀ ਕਿ ਆਉਣ ਵਾਲੇ ਸਮੇਂ ਦੇ ਬਾਰੇ ਉਹਨਾਂ ਨੂੰ ਕੁਝ ਨਹੀਂ ਸੀਗਾ। ਉਹ ਸਵਰਗ ਦੂਤਾਂ 'ਚ ਵਿਸ਼ਵਾਸ ਨਹੀਂ ਸੀ ਰੱਖਦੇ, ਆਤਮਾ 'ਚ ਵਿਸ਼ਵਾਸ ਨਹੀਂ ਸੀ ਰੱਖਦੇ, ਅਤੇ ਨਾ ਹੀ ਉਹ ਆਉਣ ਵਾਲੇ ਜੀਵਨ ਦੇ ਵਿੱਚ ਕੋਈ ਵਿਸ਼ਵਾਸ ਰੱਖਦੇ ਸੀ, ਜਿੱਦਾਂ ਸਾਨੂੰ ਰਸੂਲਾਂ ਦੀ ਕਰਤੱਵ ਦੇ ਵਿੱਚੋਂ ਪਤਾ ਲੱਗਦਾ ਆ। ਸੋ ਇੱਥੇ ਦੋ ਅਲੱਗ ਤਰ੍ਹਾਂ ਦੇ ਲੋਕ ਆਉਂਦੇ ਆ। ਇੱਕ ਜਿਹੜੇ ਆ ਪੂਰੀ ਤਰ੍ਹਾਂ ਕਰਮਾਂ ਦੇ ਉੱਤੇ ਨਿਰਭਰ ਆ, ਅਤੇ ਇੱਕ ਜਿਹੜੇ ਆ ਜਿਨ੍ਹਾਂ ਨੂੰ ਕੋਈ ਮਤਲਬ ਹੀ ਨਹੀਂ, ਜਿਨ੍ਹਾਂ ਨੂੰ ਆਉਣ ਵਾਲੇ ਟਾਈਮ ਦੇ ਨਾਲ ਮਤਲਬ ਹੀ ਨਹੀਂ, ਜੀ ਉੱਠਣ ਦੇ ਨਾਲ ਮਤਲਬ ਹੀ ਨਹੀਂ ਆ। ਸੋ ਜਦੋਂ ਯਹੂਨਾ ਬਪਤਿਸਮਾ ਦੇਣ ਵਾਲੇ ਨੇ ਇਹਨਾਂ ਦੋਨਾਂ ਨੂੰ ਦੇਖਿਆ ਤਾਂ ਉਹ ਕਹਿੰਦਾ, ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕੋਪ ਤੋਂ ਕਿੰਨੇ ਭੱਜਣਾ, ਆਉਣ ਵਾਲੇ ਕ੍ਰੋਧ ਤੋਂ ਕਿੰਨੇ ਭੱਜਣਾ ਦੱਸਿਆ? ਤੌਬਾ ਦੇ ਯੋਗ ਫਲ ਲੈ ਕੇ ਆਓ। ਅਤੇ ਯਹੂਨਾ ਬਪਤਿਸਮਾ ਦੇਣ ਵਾਲੇ ਨੇ ਇੱਥੇ ਦੇਖੋ ਇੱਕ ਚੀਜ਼ ਨੂੰ ਨੋਟਿਸ ਕੀਤਾ ਕਿ ਇਹ ਸੱਚੇ ਦਿਲੋਂ ਤਾਂ ਤੌਬਾ ਨਹੀਂ ਕਰਨੀ ਚਾਹੁੰਦੇ, ਇਹ ਪੂਰੀ ਤਰ੍ਹਾਂ ਕਰਮਾਂ ਦੇ ਉੱਤੇ ਨਿਰਭਰ ਆ, ਇਹ ਪਰਮੇਸ਼ਰ ਤੇ ਸੱਚੇ ਦਿਲੋਂ ਵਿਸ਼ਵਾਸ ਨਹੀਂ ਕਰਦੇਗੇ, ਫਰੀਸੀਆਂ ਦੇ ਬਾਰੇ। ਅਤੇ ਦੂਸਰੀ ਤਰਫ ਸਦੂਕੀ, ਜਿਨ੍ਹਾਂ ਨੂੰ ਕੋਈ ਮਤਲਬ ਹੀ ਨਹੀਂ ਕਿ ਜੀ ਉੱਠਣਾ ਹੁੰਦਾ ਵੀ ਆ, ਸਵਰਗ ਦੂਤ ਹੁੰਦੇ ਵੀ ਆ, ਆਤਮਾ ਹੁੰਦੀਆਂ ਵੀ ਆ, ਉਹਨਾਂ ਚੀਜ਼ਾਂ ਦੇ ਨਾਲ ਮਤਲਬ ਵੀ ਨਹੀਂ ਆ, ਤਾਂ ਵੀ ਕੀ ਕਰਦੇ? ਉਹ ਦੇਖੋ ਦੇਖੀ ਕੀ ਕਰਦੇ ਪਏ ਆ। ਯਹੂਨਾ ਬਪਤਿਸਮਾ ਦੇਣ ਵਾਲੇ ਦੇ ਹੱਥੋਂ ਬਪਤਿਸਮਾ ਲੈਣਾ ਚਾਹੁੰਦੇ ਆ ਕਿ ਸ਼ਾਇਦ ਜੇ ਨਬੀ ਸੱਚਾ ਆ ਤੇ ਜੇ ਕਿਤੇ ਉਹ ਦੰਡ ਦਾ ਟਾਈਮ ਆ ਗਿਆ ਤਾਂ ਅਸੀਂ ਉਹਦੇ ਤੋਂ ਬਚ ਨਿਕਲਾਂਗੇ, ਅਸੀਂ ਬਚ ਜਾਾਂਗੇ ਕਿ ਅਸੀਂ ਇਹ ਬਪਤਿਸਮਾ ਲੈ ਕੇ ਆਪਣਾ ਕਿਤੇ ਨਾ ਕਿਤੇ ਆਪਣੀ ਸੇਫਟੀ ਕਰ ਲਈਏ। ਅਤੇ ਯਹੂਨਾ ਬਪਤਿਸਮਾ ਦੇਣ ਵਾਲਾ ਉਹਨਾਂ ਨੂੰ ਸੱਪਾਂ ਦੇ ਬੱਚੇ ਕਹਿ ਰਿਹਾ। ਅਤੇ ਸੱਪਾਂ ਦੇ ਬੱਚੇ ਇੱਥੇ ਦੋ ਚੀਜ਼ਾਂ, ਪਹਿਲੀ ਚੀਜ਼ ਉਹਨਾਂ ਦੀ ਚਤੁਰਾਈ ਨੂੰ ਦਿਖਾਉਂਦਾ, ਦੂਸਰੀ ਚੀਜ਼ ਜਦੋਂ ਅਸੀਂ ਦੇਖਦੇ ਹਾਂ ਉਤਪੱਤੀ ਦੀ ਪੁਸਤਕ ਅਧਿਆਇ 3 ਦੇ ਵਿੱਚ ਸ਼ੈਤਾਨ ਨੂੰ ਸੱਪ ਦਿਖਾਇਆ ਗਿਆ ਆ, ਅਤੇ ਜਿੰਨੇ ਉਸਦੀ ਸੰਤਾਨ ਆ
ਉਹਨਾਂ ਨੂੰ ਸੱਪ ਦੇ ਬੱਚੇ ਕਿਹਾ ਗਿਆ ਆ। ਅਤੇ ਬਾਈਬਲ ਦੇ ਵਿੱਚ ਲਿਖਿਆ ਸ਼ੈਤਾਨ ਨੂੰ ਝੂਠਾ ਕਿਹਾ ਗਿਆ ਆ। ਸੋ ਅਸੀਂ ਕੀ ਦੇਖਦੇ ਹਾਂ, ਇਹ ਝੂਠੇ ਸੀਗੇ, ਸੱਪਾਂ ਦੇ ਬੱਚੇ, ਚਲਾਕੀ ਕਰਨ ਵਾਲੇ ਸੀਗੇ। ਅਤੇ यूहन्ना ਬਪਤਿਸਮਾ ਦੇਣ ਵਾਲਾ ਕਹਿੰਦਾ, ਹੈ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕੋਪ ਤੋਂ ਕਿਹਨੇ ਭੱਜਣਾ ਦੱਸਿਆ? ਤੌਬਾ ਦੇ ਯੁੱਗ ਫੜ ਲੈ ਕੇ ਆਓ। ਅੱਜ ਬਹੁਤ ਸਾਰੇ ਇਦਾਂ ਦੇ ਲੋਕ ਆ, ਇਹਨਾਂ ਸ਼ਾਸਤਰੀਆਂ ਫਰੀਸੀਆਂ ਵਰਗੇ, ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਆ ਪਰਮੇਸ਼ਰ ਦੇ ਨਾਲ, ਜਿਹੜੇ ਕੋਈ ਆਉਣ ਵਾਲੇ ਜੀਵਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਤਾਂ ਵੀ ਉਹ ਕੀ ਕਰਦੇ ਆ? ਸਿਰਫ ਇਸ ਬਪਤਿਸਮਾ ਲੈਣਾ ਚਾਹੁੰਦੇ ਆ ਕਿ ਬਪਤਿਸਮਾ ਲੈ ਲਾਂਗੇ ਤਾਂ ਅਸੀਂ ਕੀ ਕਰਾਂਗੇ? ਸਵਰਗ ਦੇ ਵਿੱਚ ਪਹੁੰਚ ਜਾਾਂਗੇ। ਬਪਤਿਸਮੇ ਨੂੰ ਉਹਨਾਂ ਨੇ ਮੈਜੀਕਲ ਚੀਜ਼ ਸਮਝਿਆ ਪਿਆ ਕਿ ਪਾਣੀ ਦੇ ਵਿੱਚ ਇੱਕ ਡੁਬਕੀ ਲਗਾਉਣ ਦੇ ਨਾਲ ਅਸੀਂ ਸ਼ਾਇਦ ਸਵਰਗ ਦੇ ਵਿੱਚ ਪਹੁੰਚ ਜਾਣਾ ਆ, ਸਾਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ। ਇਹ ਸ਼ਾਸਤਰੀ ਫਰੀਸੀ ਇਦਾਂ ਦੇ ਸੀ, ਵਿਸ਼ਵਾਸ ਨਹੀਂ ਸੱਚੇ ਦਿਲ ਤੋਂ, ਇਹਨਾਂ ਨੇ ਸੱਚੀ ਤੌਬਾ ਨਹੀਂ ਕੀਤੀ, ਆਪਣਾ ਮਨ ਨਹੀਂ ਬਦਲਿਆ, ਪਰ ਬਪਤਿਸਮਾ ਲੈਣ ਦੇ ਲਈ ਆ ਰਹੇ ਸੀਗੇ। ਤੇ यूहन्ना ਬਪਤਿਸਮਾ ਦੇਣ ਵਾਲਾ ਕੀ ਕਹਿੰਦਾ? ਤੌਬਾ ਦੇ ਯੋਗ ਫਲ ਲੈ ਕੇ ਆਓ। ਕਿ ਤੁਸੀਂ ਮੇਰੇ ਕੋਲ ਆ ਰਹੇ ਹੋ, ਪਰ ਤੁਹਾਡੇ ਹਿਰਦੇ 'ਚ ਕੋਈ ਸੱਚਾ ਵਿਸ਼ਵਾਸ ਨਹੀਂ ਹੈ, ਤੁਸੀਂ ਕੋਈ ਪਛਤਾਪ ਨਹੀਂ ਕੀਤਾ, ਤੁਸੀਂ ਆਪਣੇ ਗੁਨਾਹਾਂ ਤੋਂ ਨਹੀਂ ਮਿੜੇ, ਤੁਸੀਂ ਮਨ ਤਾਂ ਫਿਰਾਇਆ ਹੀ ਨਹੀਂ। ਅੱਜ ਵੀ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਆ, ਅੱਜ ਬਹੁਤ ਸਾਰੇ ਲੋਕ ਆ ਜਿਹੜੇ ਕਹਿੰਦੇ ਕਿ ਬਪਤਿਸਮਾ ਲੈ ਲਈਏ, ਕਿਤੇ ਇਦਾਂ ਨਾ ਹੋਵੇ ਕਿ ਯਿਸੂ ਮਸੀਹ ਆ ਜਾਵੇ ਤਾਂ ਅਸੀਂ ਧਰਤੀ ਤੇ ਰਹਿ ਜਾਈਏ, ਕਿਤੇ ਇਦਾਂ ਨਾ ਹੋਵੇ ਕਿ ਸਾਡਾ ਜੀਵਨ ਸਮਾਪਤ ਹੋ ਜਾਵੇ, ਅਸੀਂ ਨਰਕ 'ਚ ਚੱਲ ਜਾਈਏ। ਪਰ ਉਹ ਇਕੱਲਾ ਬਪਤਿਸਮਾ ਲੈਣਾ ਚਾਹੁੰਦੇ, ਆਪਣਾ ਜੀਵਨ ਨਹੀਂ ਬਦਲਣਾ ਚਾਹੁੰਦੇ, ਤਾਂ ਉਹਨਾਂ ਦੇ ਲਈ ਵੀ ਅੱਜ ਇਹੀ ਮੈਸੇਜ ਆ ਕਿ ਆਪਣਾ ਮਨ ਫਿਰਾਓ, ਤੌਬਾ ਦੇ ਯੋਗ ਫਲ ਲੈ ਕੇ ਆਓ। ਕਿ ਅੱਜ ਸਾਡੀ ਤੌਬਾ ਸੱਚੀ ਆ? ਕਿ ਅੱਜ ਅਸੀਂ ਸੱਚੇ ਦਿਲ ਤੋਂ ਵਿਸ਼ਵਾਸ ਕਰਦੇ ਆ ਕਿ ਅੱਜ ਅਸੀਂ ਆਪਣਾ ਮਨ ਬਦਲਿਆ? ਤੇ ਜੇਕਰ ਨਹੀਂ ਬਦਲਿਆ ਤਾਂ ਬਾਈਬਲ ਹੀ ਕਹਿੰਦੀ ਆ, ਸੱਪਾਂ ਦੇ ਬੱਚਿਓ, ਤੁਸੀਂ ਪਰਮੇਸ਼ਰ ਦੇ ਨਾਲ ਚਲਾਕੀ ਕਰ ਰਹੇ ਹੋ, ਪਰਮੇਸ਼ਰ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਇੱਕ ਪਾਣੀ ਦੇ ਵਿੱਚ ਬਪਤਿਸਮਾ ਲੈ ਕੇ ਅਸੀਂ ਸਵਰਗ ਦੇ ਰਾਜ ਦੇ ਵਿੱਚ ਵੜ ਜਾਾਂਗੇ, ਮਨ ਅਸੀਂ ਬਦਲੀਏ ਚਾਹੇ ਨਾ ਬਦਲੀਏ। ਕੋਈ ਵੀ ਵਿਅਕਤੀ ਪਰਮੇਸ਼ਰ ਨੂੰ ਮੂਰਖ ਨਹੀਂ ਬਣਾ ਸਕਦਾ, ਨਾ ਹੀ ਪਰਮੇਸ਼ਰ ਦੇ ਦਾਸਾਂ ਨੂੰ, ਪਰਮੇਸ਼ਰ ਦੇ ਲੋਕਾਂ ਨੂੰ। ਇਸੇ ਤਰ੍ਹਾਂ ਇਹ ਸ਼ਾਸਤਰੀ ਫਰੀਸੀ, ਸਦੂਕੀ ਅਤੇ ਫਰੀਸੀ यूहन्ना ਬਪਤਿਸਮਾ ਦੇਣ ਵਾਲੇ ਨੂੰ ਮੂਰਖ ਬਣਾਉਣਾ ਚਾਹੁੰਦੇ ਸੀ, ਪਰਮੇਸ਼ਰ ਨੂੰ ਬਣਾਉਣਾ ਚਾਹੁੰਦੇ ਸੀ, ਪਰ ਪਰਮੇਸ਼ਰ ਨੇ यूहन्ना ਬਪਤਿਸਮਾ ਦੇਣ ਵਾਲੇ ਤੇ ਪ੍ਰਗਟ ਕੀਤਾ। ਇਸ ਲਈ ਉਹ ਕਹਿੰਦਾ, ਹੈ ਸੱਪਾਂ ਦੇ ਬੱਚਿਓ, ਸੱਚੀ ਤੌਬਾ ਕਰੋ, ਮਨ ਫਿਰਾਓ, ਤੌਬਾ ਦੇ ਯੋਗ ਫਲ ਲੈ ਕੇ ਆਓ। ਹਾਂਜੀ, ਅਤੇ ਆਪਣੇ ਮਨ ਵਿੱਚ ਹਾਂਜੀ ਇਸ ਗੱਲ ਦੇ ਕਹਿਣ ਦੀ ਸੋਚ ਨਾ ਕਰੋ ਕਿ ਅਬਰਾਹਮ ਸਾਡਾ ਪਿਤਾ ਹੈ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ, ਭਈ ਪਰਮੇਸ਼ਰ ਅਬਰਾਹਮ ਦੇ ਲਈ ਇਹਨਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸਕਦਾ ਹੈ। ਆਮੀਨ। ਸੋ ਇੱਥੇ यूहन्ना ਬਪਤਿਸਮਾ ਦੇਣ ਵਾਲਾ ਇੱਕ ਹੋਰ ਉਹਨਾਂ ਦੇ ਪੁਆਇੰਟ ਨੂੰ ਫੜਦਾ ਕਿ ਆਪਣੇ ਮਨਾਂ ਵਿੱਚ ਇਹ ਨਾ ਕਹੋ ਕਿ ਅਬਰਾਹਮ ਸਾਡਾ ਪਿਤਾ ਆ। ਕਹਿੰਦਾ ਕਿ ਅਬਰਾਹਮ, ਉਹ ਅਸਲ ਦੇ ਵਿੱਚ ਕੀ ਕਰਦੇ ਪਏ ਸੀ? ਉਹ ਕਹਿੰਦੇ ਅਸੀਂ ਅਬਰਾਹਮ ਦੀ ਸੰਤਾਨ ਆ, ਸਵਰਗ ਦਾ ਰਾਜ ਤਾਂ ਸਾਡਾ ਹੀ ਆ, ਪਰਮੇਸ਼ਰ ਤਾਂ ਸਾਡਾ ਹੀ ਆ। ਕਿਉਂਕਿ ਅੰਨੇ ਜਾਤੀਆਂ ਨੂੰ ਸਮਝਦੇ ਕਿ ਉਹ ਤਾਂ ਪਰਮੇਸ਼ਰ ਦੇ ਵੱਡੇ ਕੱਡੇ ਵੱਡੇ ਆ। ਕਹਿੰਦੇ ਪਰਮੇਸ਼ਰ ਸਾਡਾ, ਵਾਅਦੇ ਪਰਮੇਸ਼ਰ ਦੇ ਅਬਰਾਹਮ ਦੇ ਨਾਲ ਆ, ਅਸੀਂ ਤਾਂ ਪਰਮੇਸ਼ਰ ਦੇ ਰਾਜ ਦੇ ਵਿੱਚ ਐਂਟਰ ਹੋਣਾ ਹੀ ਹੋਣਾ ਆ। ਤੋ यूहन्ना ਬਪਤਿਸਮਾ ਦੇਣ ਵਾਲਾ ਕੀ ਕਹਿੰਦਾ? ਕਹਿੰਦਾ ਆਪਣੇ ਹਿਰਦਿਆਂ ਮਨਾਂ ਦੇ ਵਿੱਚ ਇਹ ਨਾ ਸੋਚੋ ਕਿ ਅਬਰਾਹਮ ਸਾਡਾ ਪਿਤਾ, ਪਰਮੇਸ਼ਰ ਅਬਰਾਹਮ ਦੇ ਲਈ ਪੱਥਰਾਂ ਦੇ ਵਿੱਚੋਂ ਸੰਤਾਨ ਉਤਪੰਨ ਕਰ ਸਕਦਾ ਆ। ਅਤੇ ਪਰਮੇਸ਼ਰ ਨੇ ਇਦਾਂ ਕੀਤਾ ਆ। ਪਰਮੇਸ਼ਰ ਨੇ ਬਹੁਤ ਸਾਰੇ ਲੋਕੀ ਸੀਗੇ ਅਬਰਾਹਮ ਦੀ ਸੰਤਾਨ, ਪਰਮੇਸ਼ਰ ਨੇ ਉਹਨਾਂ ਨੂੰ ਠੁਕਰਾ ਦਿੱਤਾ। ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਨੇ ਇਸ਼ਮਾਇਲ ਨੂੰ ਠੁਕਰਾ ਦਿੱਤਾ, ਉਹ ਵੀ ਅਬਰਾਹਮ ਦੀ ਸੰਤਾਨ ਸੀਗੀ। ਪਰਮੇਸ਼ਰ ਨੇ ਅਸਾਉ ਨੂੰ ਠੁਕਰਾ ਦਿੱਤਾ, ਉਹ ਵੀ ਅਬਰਾਹਮ ਦੀ ਸੰਤਾਨ ਦੇ ਵਿੱਚੋਂ ਸੀ। ਇਸਹਾਕ ਯਾਕੂਬ ਦੀ ਸੰਤਾਨ ਸੀ। ਪਰਮੇਸ਼ਰ ਹਰੇਕ ਬੰਦੇ ਦੇ ਹਿਰਦੇ ਨੂੰ ਦੇਖਦਾ, ਉਹ ਇਹ ਨਹੀਂ ਦੇਖਦਾ ਕਿ ਇਹ ਬੰਦਾ ਕਿੱਥੇ ਆ, ਇਹ ਬੰਦਾ ਕੌਣ ਆ। ਅੱਜ ਬੜੇ ਲੋਕੀ ਕਹਿੰਦੇ ਕਿ ਸਾਡੇ ਤਾਂ ਮਾਤਾ ਪਿਤਾ ਕ੍ਰਿਸਚਨ, ਅਸੀਂ ਤਾਂ ਜਨਮ ਤੋਂ ਕ੍ਰਿਸਚਨ ਆ, ਅਸੀਂ ਪੱਕੇ ਈਸਾਈ ਆ, ਸਾਡਾ ਮੇਰਾ ਡੈਡੀ ਪਾਸਟਰ ਆ, ਸ਼ਾਇਦ ਮੈਂ ਸਵਰਗ ਦੇ ਵਿੱਚ ਚਲ ਜਾਊਂ। ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਏਦਾਂ ਨਹੀਂ ਹੋਣਾ। ਪਰਮੇਸ਼ਰ ਨੂੰ ਬਾਲਕਾਂ ਦੀ ਕਮੀ ਨਹੀਂ ਆ। ਪਰਮੇਸ਼ਰ ਅਬਰਾਹਮ ਦੇ ਲਈ ਉਹ ਕਹਿੰਦਾ ਪੱਥਰਾਂ ਚੋਂ ਸੰਤਾਨ ਉਤਪੰਨ ਕਰ ਸਕਦਾ ਆ। ਇਹ ਛੋਟੀ ਗੱਲ ਨਹੀਂ ਗੀ। ਜੇ ਪਰਮੇਸ਼ਰ 100 ਸਾਲ ਬਾਅਦ ਪਰਮੇਸ਼ਰ ਉਹਨੂੰ ਪੁੱਤਰ ਦੇ ਸਕਦਾ, ਜੇ ਉਸ ਪੁੱਤਰ ਨੂੰ ਬਚਾ ਸਕਦਾ, ਉਹ ਜਦੋਂ ਜਗਵੇਦੀ ਤੇ ਚੜਾਉਣ ਦੇ ਲਈ ਚਲੇ ਗਿਆ, ਤਾਂ ਪਰਮੇਸ਼ਰ ਦੇ ਲਈ ਕੋਈ ਅਸੰਭਵ ਨਹੀਂ ਆ। ਅਤੇ ਜਿਹੜੇ ਸ਼ਾਸਤਰੀ ਫਰੀਸੀ ਯਹੂਦੀ ਸੀ, ਉਹ ਸੋਚਦੇ ਕਿ ਸ਼ਾਇਦ ਅਸੀਂ ਹੀ ਅਬਰਾਹਮ ਦੀ ਸੰਤਾਨ ਆ, ਸਾਡਾ ਹੀ ਆ ਸਾਰਾ ਕੁਝ। ਪਰ ਜਦੋਂ ਅਸੀਂ ਗਲਾਤੀਆਂ ਦੀ ਪੁਸਤਕ ਦੇ ਵਿੱਚ ਦੇਖਦੇ ਹਾਂ, ਉੱਥੇ ਕੀ ਕਹਿੰਦਾ ਪੌਲਸ? ਕਹਿੰਦਾ ਜਿੰਨੇ ਵਿਸ਼ਵਾਸ ਕਰਦੇ ਉਹੀ ਅਬਰਾਹਮ ਦੀ ਸੰਤਾਨ ਆ। ਜੇਕਰ ਸਾਡਾ ਵਿਸ਼ਵਾਸ ਸੱਚਾ ਨਹੀਂ ਆ, ਤਾਂ ਫਿਰ ਅਸੀਂ ਅਬਰਾਹਮ ਦੀ ਸੰਤਾਨ ਨਹੀਂ ਆ, ਪਰਮੇਸ਼ਰ ਦਾ ਰਾਜ ਸਾਡੇ ਲਈ ਨਹੀਂ ਆ। ਤੇ ਪਰਮੇਸ਼ਰ ਏਦਾਂ ਨਹੀਂ ਆ ਕਿ ਇੱਕ ਲਾਇਸੈਂਸ ਨਹੀਂ ਮਿਲ ਗਿਆ ਕਿ ਤੁਸੀਂ ਕ੍ਰਿਸਚੀਅਨ ਪਰਿਵਾਰ ਦੇ ਵਿੱਚ ਪੈਦਾ ਹੋਏ, ਤੁਸੀਂ ਮਸੀਹ ਘਰਾਣੇ ਦੇ ਵਿੱਚ ਪੈਦਾ ਹੋਏ ਤਾਂ ਤੁਸੀਂ ਸਵਰਗ ਦੇ ਵਿੱਚ ਜਾਣਾ ਹੀ ਜਾਣਾ। ਨੋ,
ਪਰਮੇਸ਼ਰ ਕੰਮਾਂ ਨੂੰ ਦੇਖਦਾ, ਪਰਮੇਸ਼ਰ ਸੱਚੀ ਤੌਬਾ ਨੂੰ ਦੇਖਦਾ ਹੈ। ਹਾਲੇਲੂਇਆ। ਸੋ ਕਹਿੰਦਾ ਕਿ ਪਰਮੇਸ਼ਰ ਅਬਰਾਹਮ ਦੇ ਲਈ ਪੱਥਰਾਂ ਚੋਂ ਬਾਲਕ ਉਤਪੰਨ ਕਰ ਸਕਦਾ। ਜੇ ਤੁਸੀਂ ਅੱਜ ਸੱਚੀ ਤੌਬਾ ਨਹੀਂ ਕਰੋਗੇ ਤਾਂ ਪਰਮੇਸ਼ਰ ਕੋਲ ਬਹੁਤ ਸਾਰੇ ਲੋਕ ਆ। ਯਹੂਦੀਆਂ ਨੇ ਸੱਚੇ ਦਿਲ ਤੋਂ ਪਰਮੇਸ਼ਰ ਨੂੰ ਸਵੀਕਾਰ ਨਹੀਂ ਕੀਤਾ। ਪਰਮੇਸ਼ਰ ਨੇ ਅੰਨੇ ਜਾਤੀਆਂ ਨੂੰ ਬਚਾਇਆ। ਪਰਮੇਸ਼ਰ ਆਪਣਾ ਵਚਨ ਅੰਨੇ ਜਾਤੀਆਂ ਤੱਕ ਲੈ ਕੇ ਗਿਆ। ਹਾਲੇਲੂਇਆ। ਹਾਂਜੀ, ਅੱਗੇ ਕੀ ਕਹਿੰਦਾ ਆ ਯਹੂਨਾ ਬਪਤਿਸਮਾ ਦੇਣ ਵਾਲਾ? ਅਤੇ ਬਿਰਛਾਂ ਦੀ ਜੜ ਉੱਤੇ ਹੁਣ ਕਹਾੜਾ ਰੱਖਿਆ ਹੋਇਆ ਹੈ। ਹਾਂਜੀ। ਸੋ ਹਰੇਕ ਬਿਰਛ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਆਮੀਨ। ਸੋ ਇੱਥੇ ਯਹੂਨਾ ਬਪਤਿਸਮਾ ਦੇਣ ਵਾਲਾ ਕਹਿੰਦਾ ਕਿ ਹੁਣ ਐਟ ਦਿਸ ਟਾਈਮ ਕਹਿੰਦਾ ਕਿ ਹੁਣ ਪੇੜਾਂ ਦੀ ਬ੍ਰਿਸ਼ਾਂ ਦੀ ਜੜ ਦੇ ਉੱਤੇ ਕੁਹਾੜਾ ਰੱਖਿਆ ਪਿਆ ਆ। ਨਿਆਂ ਜਿਹੜਾ ਬਹੁਤ ਨੇੜੇ ਆ। ਕਹਿੰਦਾ ਕਿ ਰਾਜਾ ਆ ਰਿਹਾ ਆ, ਨਿਆਂ ਬਹੁਤ ਨੇੜੇ ਆ ਤੇ ਹਰੇਕ ਪੇੜ ਜਿਹੜਾ ਚੰਗਾ ਫਲ ਨਹੀਂ ਦਿੰਦਾ ਉਹ ਕੀ ਕੀਤਾ ਜਾਵੇਗਾ? ਕੱਟਿਆ ਜਾਵੇਗਾ, ਅੱਗ ਵਿੱਚ ਸੁੱਟਿਆ ਜਾਵੇਗਾ। ਉਹ ਕਹਿੰਦਾ ਟਾਈਮ ਆ ਗਿਆ ਨਿਆਂ ਦਾ, ਕਿਉਂਕਿ ਜਦੋਂ ਕਹਿ ਰਿਹਾ ਰਾਜ ਸਵਰਗ ਦਾ ਰਾਜ ਨੇੜੇ ਆ ਤੇ ਇਹਦਾ ਮਤਲਬ ਰਾਜਾ ਆ ਰਿਹਾ ਤੇ ਉਹ ਜਿੰਨੇ ਧਰਮੀ ਆ, ਜਿਨ੍ਹਾਂ ਨੇ ਸੱਚੀ ਤੌਬਾ ਕੀਤੀ ਉਹਦੇ ਰਾਜ ਵਿੱਚ ਦਾਖਲ ਹੋਣਗੇ, ਉਹ ਬਰਕਤ ਪਾਉਣਗੇ। ਪਰ ਜਿਨ੍ਹਾਂ ਨੇ ਸੱਚੇ ਦਿਲੋਂ ਵਿਸ਼ਵਾਸ ਨਹੀਂ ਕੀਤਾ ਦੰਡ ਪਾਉਣਗੇ। ਅਤੇ ਜਿਹੜਾ ਇੱਥੇ ਪੇੜ ਆ ਉਹ ਮਨੁੱਖ ਨੂੰ ਦਿਖਾਉਂਦਾ ਆ ਅਤੇ ਜਿਹੜੇ ਉਹਦੇ ਫਰੂਟ ਆ ਮਨੁੱਖ ਦੇ ਹਿਰਦੇ ਨੂੰ ਉਹਦੀ ਸੱਚੀ ਤੌਬਾ ਨੂੰ ਦਿਖਾਉਂਦੇ ਆ। ਅੱਜ ਬਹੁਤ ਸਾਰੇ ਲੋਕੀ ਕਹਿੰਦੇ ਆ ਕਿ ਅਸੀਂ ਮਸੀਹ ਆ, ਅਸੀਂ ਤੌਬਾ ਕੀਤੀ, ਅਸੀਂ ਬਪਤਿਸਮਾ ਲਿਆ। ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆ, ਪਰਮੇਸ਼ਰ ਦਾ ਵਚਨ ਵੀ ਤੁਹਾਨੂੰ ਪੁੱਛਦਾ, ਜੇਕਰ ਤੁਹਾਡੀ ਸੱਚੀ ਤੌਬਾ ਆ ਤਾਂ ਤੌਬਾ ਦਾ ਫਲ ਕਿੱਥੇ ਆ? ਸੱਚੀ ਤੌਬਾ ਹਮੇਸ਼ਾ ਫਲ ਲੈ ਕੇ ਆਉਂਦੀ ਆ। ਸੱਚੀ ਤੌਬਾ ਜੇਕਰ ਇੱਕ ਵਿਅਕਤੀ ਦੇ ਜੀਵਨ 'ਚ ਤਾਂ ਉਹਦਾ ਜੀਵਨ ਬਦਲੇਗਾ। ਉਹਦੇ ਜੀਵਨ ਦੇ ਵਿੱਚ ਆਗਿਆਕਾਰੀ ਆਵੇਗੀ, ਪਰਮੇਸ਼ਰ ਦਾ ਡਰ, ਪਰਮੇਸ਼ਰ ਦਾ ਭੈ ਆਵੇਗਾ, ਸੱਚਾ ਵਿਸ਼ਵਾਸ ਹੋਏਗਾ ਉਹਦੇ ਅੰਦਰ। ਉਹਦਾ ਜੀਵਨ ਬਦਲੇਗਾ, ਉਹਦੇ ਕੰਮਾਂ ਤੋਂ ਪਤਾ ਲੱਗੇਗਾ। ਬਾਈਬਲ 'ਚ ਲਿਖਿਆ ਪੁੱਤਰ ਆਪਣੇ ਕੰਮਾਂ ਤੋਂ ਪਹਿਚਾਣਿਆ ਜਾਂਦਾ। ਸੋ ਜੇਕਰ ਅਸੀਂ ਪਰਮੇਸ਼ਰ ਦੀ ਸੰਤਾਨ ਬਣ ਚੁੱਕੇ ਹਾਂ ਫਿਰ ਸਾਡੇ ਕੰਮ ਵੀ ਬਦਲਣਗੇ। ਹਾਲੇਲੂਇਆ। ਕਿਉਂਕਿ ਬਾਈਬਲ 'ਚ ਲਿਖਿਆ ਕਿ ਕਰਮਾਂ ਦੇ ਬਿਨਾਂ ਵਿਸ਼ਵਾਸ ਕੀ ਆ? ਮੁਰਦਾ ਆ। ਮੁਕਤੀ ਜਿਹੜੀ ਉਹ ਕਰਮਾਂ ਤੇ ਆਧਾਰਿਤ ਨਹੀਂ ਆ, ਪਰ ਸੱਚਾ ਵਿਸ਼ਵਾਸ ਜਿਹੜਾ ਕੀ ਆ ਉਹ ਕਿਰਿਆਸ਼ੀਲ ਹੁੰਦਾ ਆ। ਉਹ ਜ਼ਰੂਰ ਉਹਦੇ ਵਿੱਚ ਕੰਮ ਹੁੰਦੇ ਆ, ਉਹ ਜ਼ਰੂਰ ਫਲ ਦੇਖਦਾ ਆ। ਇੱਕ ਚੰਗਾ ਪੇੜ ਆਪਣੇ ਫਲਾਂ ਤੋਂ ਪਹਿਚਾਣਿਆ ਜਾਂਦਾ। ਅਤੇ ਯਿਸੂ ਮਸੀਹ ਨੇ ਅੱਗੇ ਜਾ ਕੇ ਮੱਤੀ ਦੀ ਇੰਜੀਲ ਅਧਿਆਇ 7 ਵਿੱਚ ਕੀ ਕਿਹਾ? ਇੱਕ ਝੂਠੇ ਬੰਦੇ ਨੂੰ ਅਤੇ ਸੱਚੇ ਬੰਦੇ ਨੂੰ ਪਹਿਚਾਨਣ ਦਾ, ਇੱਕ ਝੂਠੇ ਨਬੀ ਨੂੰ ਅਤੇ ਸੱਚੇ ਨਬੀ ਨੂੰ ਪਹਿਚਾਨਣ ਦਾ ਕੀ ਫਰਕ ਦੱਸਿਆ? ਕਹਿੰਦਾ ਕਿ ਜਿਹੜਾ ਪੇੜ ਚੰਗਾ ਉਹ ਚੰਗਾ ਫਲ ਦਿੰਦਾ ਆ। ਕਹਿੰਦਾ ਤੁਸੀਂ ਉਹਦੇ ਕੰਮਾਂ ਤੋਂ ਪਹਿਚਾਣੋਗੇ। ਅੱਜ ਜੇਕਰ ਸਾਡੀ ਲਾਈਫ ਦੇ ਵਿੱਚ ਕੋਈ ਫਲ ਨਹੀਂ ਆ, ਕੋਈ ਬਦਲਾਵ ਨਹੀਂ ਆ ਤੇ ਇਸ ਦਾ ਮਤਲਬ ਕੀ ਆ? ਸਾਡੀ ਤੌਬਾ ਜਿਹੜੀ ਝੂਠੀ ਆ। ਅਸੀਂ ਸ਼ਾਸਤਰੀਆਂ ਫਰੀਸੀਆਂ ਦੇ ਵਾਂਗੂ ਇੱਕ ਲਾਇਸੈਂਸ ਬਣਾ ਕੇ ਬੈਠੇ ਆ ਅਤੇ ਬਹੁਤ ਸਾਰੇ ਲੋਕਾਂ ਨੇ ਜਿਹੜੀ ਤੌਬਾ ਦੀ ਪ੍ਰਾਰਥਨਾ ਉਹਨੂੰ ਇੱਕ ਮੈਜੀਕਲ ਵਰਡ ਕੇ ਸਮਝਿਆ ਪਿਆ ਕਿ ਬਸ ਇੰਨਾ ਯਿਸੂ ਮਸੀਹ ਦੇ ਅੱਗੇ ਜਾ ਕੇ ਕਹਿ ਦੋ ਕਿ ਪ੍ਰਭੂ ਮੈਂ ਪਾਪੀ ਆ, ਮੇਰੇ ਪਾਪ ਮਾਫ ਕਰ ਦੇ ਤੇ ਬਪਤਿਸਮਾ ਲੈ ਲਓ, ਪਾਣੀ 'ਚ ਡੁਬਕੀ ਲਾ ਲਓ ਅਤੇ ਪਾਪ ਮਾਫ ਹੋ ਗਏ। ਨੋ, ਬਾਈਬਲ ਕਹਿੰਦੀ ਆ ਕਿ ਮਾਫੀ ਮੰਗਣ ਦੀ ਲੋੜ ਆ। ਬਾਈਬਲ ਕਹਿੰਦੀ ਬਪਤਿਸਮਾ ਲੈਣ ਦੀ ਲੋੜ ਆ। ਪਰ ਜੇਕਰ ਸਾਡੇ ਸਿਰਫ ਉਹ ਸ਼ਬਦ ਹੀ ਆ, ਅਸੀਂ ਪਾਣੀ ਦੇ ਵਿੱਚ ਹੀ ਡੁਬਕੀ ਮਾਰੀ, ਯਿਸੂ ਮਸੀਹ ਦੇ ਵਚਨ ਦੇ ਵਿੱਚ, ਉਹਦੇ ਪਿਆਰ ਦੇ ਵਿੱਚ ਡੁਬਕੀ ਨਹੀਂ ਮਾਰੀ, ਉਹਦੇ ਡਰ ਦੇ ਵਿੱਚ ਨਹੀਂ ਰਹੇ, ਆਪਣਾ ਜੀਵਨ ਨਹੀਂ ਬਦਲਿਆ, ਫਿਰ ਉਹ ਤੌਬਾ ਕੋਈ ਸੱਚੀ ਤੌਬਾ ਨਹੀਂ। ਫਿਰ ਉਹ ਬਪਤਿਸਮਾ ਸੱਚੀ ਤਾਂ ਕੋਈ ਸੱਚਾ ਬਪਤਿਸਮਾ ਨਹੀਂ। ਫਿਰ ਅਸੀਂ ਪਰਮੇਸ਼ਰ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਅਸੀਂ ਨਹੀਂ ਕਰ ਸਕਦੇ। ਸੋ ਕਹਿੰਦਾ ਕਿ ਕੁਹਾੜਾ ਜਿਹੜਾ ਬ੍ਰਿਸ਼ਾਂ ਦੀ ਜੜ ਦੇ ਉੱਤੇ ਰੱਖਿਆ ਤੇ ਹਰੇਕ ਪੇੜ ਜਿਹੜਾ ਚੰਗਾ ਫਲ ਨਹੀਂ ਦਿੰਦਾ ਉਹ ਵੱਢ ਦਿੱਤਾ ਜਾਵੇਗਾ। ਅਤੇ ਹੋਵੇਗਾ ਜਦੋਂ ਯਿਸੂ ਮਸੀਹ ਆਵੇਗਾ ਉਸ ਟਾਈਮ ਇਹ ਜਿਹੜਾ ਆ ਨਿਆਂ ਹੋਵੇਗਾ ਅਤੇ ਹਰੇਕ ਜਿਹੜਾ ਪੇੜ ਯਿਸੂ ਮਸੀਹ ਕਹਿੰਦਾ ਮੇਰੇ ਪਿਤਾ ਨੇ ਨਹੀਂ ਲਾਇਆ ਉਹ ਉਖਾੜ ਦਿੱਤਾ ਜਾਵੇਗਾ, ਅੱਗ ਦੇ ਵਿੱਚ ਸਿੱਟ ਦਿੱਤਾ ਜਾਵੇਗਾ। ਹਾਂਜੀ, ਅਸੀਂ ਅੱਗੇ ਦੇਖਾਂਗੇ। ਮੈਂ ਤਾਂ ਤੁਹਾਨੂੰ ਤੌਬਾ ਦੇ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ। ਹਾਂਜੀ। ਪਰ ਜਿਹੜਾ ਮੇਰੇ ਪਿੱਛੇ ਆਉਣ ਵਾਲਾ ਹੈ ਉਹ ਮੈਥੋਂ ਬਲਵੰਤ ਹੈ। ਹਾਂਜੀ। ਅਤੇ ਮੈਂ ਉਹਦੀ ਜੁੱਤੀ ਚੁੱਕਣ ਦੇ ਯੋਗ ਨਹੀਂ ਹਾਂ। ਹਾਂਜੀ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਊ। ਆਮੀਨ। ਸੋ ਇੱਥੇ ਯਹੂਨਾ ਬਪਤਿਸਮਾ ਦੇਣ ਵਾਲਾ ਕਹਿੰਦਾ ਕਿ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਆ, ਪਰ ਜਿਹੜਾ ਮੇਰੇ ਪਿੱਛੋਂ ਆਉਣ ਵਾਲਾ ਆ ਉਹ ਮੇਰੇ ਤੋਂ ਬਲਵਾਨ ਆ ਅਤੇ ਉਹਦੀ ਜੁੱਤੀ ਦਾ ਤਸ਼ਮਾ ਖੁੱਲਣ ਦੇ ਮੈਂ ਲਾਇਕ ਨਹੀਂ ਆ, ਉਹਦੀ ਜੁੱਤੀ ਉਠਾਉਣ ਦੇ ਮੈਂ ਲਾਇਕ ਨਹੀਂ ਆ। ਦੇਖੋ ਇਸ ਪਰਮੇਸ਼ਰ ਦੇ ਦਾਸ ਦੀ, ਇੱਕ ਪਰਮੇਸ਼ਰ ਦੇ ਨਬੀ ਦੀ ਹੰਬਲਨੈਸ ਆ। ਕਿਉਂਕਿ ਉਸ ਸਮੇਂ ਦੇ ਵਿੱਚ ਉਹ ਬੰਦਾ ਜੁੱਤੀ ਚੱਕਦਾ ਸੀ ਜਿਹੜਾ ਲੋਅਰ ਲੈਵਲ ਦਾ ਜਿਹੜਾ ਇੱਕ ਨੌਕਰ ਹੁੰਦਾ ਸੀਗਾ। ਸਾਰਿਆਂ ਤੋਂ ਥੱਲੇ ਦਾ ਲੈਵਲ ਦਾ ਜਿਹੜਾ ਨੌਕਰ ਹੁੰਦਾ ਸੀ ਉਹ ਜੁੱਤੀ ਚੱਕ ਕੇ ਲੈ ਕੇ ਜਾਂਦਾ ਸੀ। ਸੋ ਆਪਣੇ ਆਪ ਨੂੰ ਇੰਨਾ ਨੀਵਾਂ ਕਰਦਾ ਆ ਕਿ ਮੈਂ ਉਹਦੀ ਜੁੱਤੀ ਚੱਕਣ ਦੇ ਲਾਇਕ ਨਹੀਂ ਆ। ਅਤੇ ਉਹ ਦੋ ਕੰਮ ਕਰੇਗਾ ਕਿ
ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਵੇਗਾ ਤੇ ਅੱਗ ਦੇ ਨਾਲ ਬਪਤਿਸਮਾ ਦੇਵੇਗਾ। ਕਹਿੰਦਾ ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਆ, ਪਰ ਇੱਕ ਆ ਜਿਹੜਾ ਮੇਰੇ ਪਿੱਛੇ ਆਉਣ ਵਾਲਾ, ਉਹ ਤੁਹਾਨੂੰ ਆਤਮਾ ਅਤੇ ਅੱਗ ਦੇ ਨਾਲ ਬਪਤਿਸਮਾ ਦੇਵੇਗਾ। ਸੋ ਇੱਥੇ ਬੜੀ ਵਾਰੀ ਅਸੀਂ ਕਨਫਿਊਜ਼ ਹੋ ਜਾਂਦੇ ਆ। ਇਸ ਫਰੇਜ਼ ਨੂੰ ਸਮਝਣਾ ਬੜਾ ਜ਼ਰੂਰੀ ਆ। ਇੱਥੇ ਜਿਹੜਾ ਪਵਿੱਤਰ ਆਤਮਾ ਦਾ ਬਪਤਿਸਮਾ, ਉਹ ਪਵਿੱਤਰ ਆਤਮਾ ਦਾ ਬਪਤਿਸਮਾ ਜਿਹੜਾ ਯਿਸੂ ਮਸੀਹ ਨੇ ਜਦੋਂ ਕਿਹਾ ਕਿ ਮੈਂ ਚਾਹੁੰਦਾ ਤੁਹਾਡੇ ਲਈ ਇੱਕ ਸਹਾਇਕ ਘੱਲਾਂਗਾ, ਅਤੇ ਉਸਨੇ ਉਹਨੂੰ ਪੰਤੇਕੁਸਤ ਦੇ ਦਿਨ ਘੱਲਿਆ, ਜਦੋਂ ਅਸੀਂ ਰਸੂਲਾਂ ਦੇ ਕਰਤੱਵਾਂ ਅਧਿਆਇ 2 ਦੇ ਵਿੱਚ ਦੇਖਦੇ ਹਾਂ। ਸੋ ਪਵਿੱਤਰ ਆਤਮਾ ਦਾ ਬਪਤਿਸਮਾ ਜਦੋਂ ਪਰਮੇਸ਼ਰ ਨੇ ਆਤਮਾ ਦੇ ਵਰਦਾਨਾਂ ਨੂੰ ਇੱਕ ਕਲੀਸਿਆ ਦੇ ਚੋਂ ਢੇਲ ਦਿੱਤਾ ਅਤੇ ਕਲੀਸਿਆ ਸੁਸਮਾਚਾਰ ਨੂੰ ਸੁਣਾਉਣ ਦੇ ਲਈ ਤਿਆਰ ਹੋ ਗਈ। ਹਾਲੇਲੂਇਆ। ਸੋ ਇਹ ਪਵਿੱਤਰ ਆਤਮਾ ਦਾ ਬਪਤਿਸਮਾ। ਪਰ ਇੱਕ ਦੂਸਰਾ ਬਪਤਿਸਮੇ ਦਾ ਇੱਥੇ ਜ਼ਿਕਰ ਆਉਂਦਾ ਜਿਹੜਾ ਅੱਗ ਦਾ ਬਪਤਿਸਮਾ ਆ। ਸੋ ਅਸੀਂ ਬੜੀ ਵਾਰੀ ਸੋਚਦੇ ਕਿ ਪਵਿੱਤਰ ਆਤਮਾ ਦਾ ਬਪਤਿਸਮਾ ਤੇ ਅੱਗ ਦਾ ਬਪਤਿਸਮਾ ਇਹ ਵੀ ਇੱਕ ਚੰਗਾ ਬਪਤਿਸਮਾ ਸੀ, ਇਹਨੂੰ ਸਮਝਦੇ ਹਾਂ ਕਿ ਪਵਿੱਤਰ ਆਤਮਾ ਦੀ ਅੱਗ ਦਾ ਬਪਤਿਸਮਾ। ਸੋ ਬਾਈਬਲ ਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਬਾਈਬਲ ਦੇ ਵਿੱਚ ਪਵਿੱਤਰ ਆਤਮਾ ਨੂੰ ਅੱਗ ਦਾ ਦਰਜਾ ਦਿੱਤਾ ਗਿਆ। ਅੱਗ ਜਿਹੜੀ ਇੱਕ ਸਿੰਬਲ ਆ ਪਵਿੱਤਰ ਆਤਮਾ ਦਾ, ਅਤੇ ਪਵਿੱਤਰ ਆਤਮਾ ਅੱਗ ਦੀ ਤਰ੍ਹਾਂ ਕਾਰਜ ਕਰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਈਬਲ ਇਸ ਨੂੰ ਸਪੋਰਟ ਕਰਦੀ ਆ। ਪਰ ਜਿਹੜਾ ਇੱਥੇ ਕੰਟੈਕਸਟ ਆ, ਉਹ ਜਿਹੜਾ ਇੱਥੇ ਅੱਗ ਦਾ ਬਪਤਿਸਮਾ ਆ ਕਿ ਜਾਂ ਤਾਂ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਊਗਾ, ਉਹ ਪਵਿੱਤਰ ਆਤਮਾ ਦੇ ਅੱਗ ਨਾਲ ਬਪਤਿਸਮਾ ਦੇਵੇਗਾ। ਸੋ ਜਿਹੜਾ ਇੱਥੇ ਅੱਗ ਦਾ ਬਪਤਿਸਮਾ ਇਹ ਨਿਆਂ ਨੂੰ ਦਿਖਾਉਂਦਾ ਆ। ਸੋ ਦੋ ਤਰ੍ਹਾਂ ਦਾ ਬਪਤਿਸਮਾ ਹੀ ਅਸੀਂ ਲੈ ਸਕਦੇ ਹਾਂ। ਜਾਂ ਤਾਂ ਅਸੀਂ ਪਵਿੱਤਰ ਆਤਮਾ ਦਾ ਬਪਤਿਸਮਾ ਲੈ ਸਕਦੇ ਤੌਬਾ ਕਰਕੇ, ਮਨ ਫਿਰਾ ਕੇ, ਆਪਣਾ ਜੀਵਨ ਬਦਲ ਕੇ, ਜਾਂ ਫਿਰ ਪਰਮੇਸ਼ਰ ਦੀ ਅਣਆਗਿਆਕਾਰੀ ਕਰਕੇ, ਝੂਠੀ ਤੌਬਾ ਕਰਕੇ, ਝੂਠਾ ਮੁੱਠਾ ਪਰਮੇਸ਼ਰ ਦਾ ਨਾਮ ਲੈ ਕੇ ਅਸੀਂ ਅੱਗ ਦਾ ਬਪਤਿਸਮਾ ਲੈ ਸਕਦੇ ਹਾਂ। ਅਤੇ ਜਿਹੜਾ ਇੱਥੇ ਅੱਗ ਆ ਸਿੰਬਲ ਆ, ਉਹ ਨਰਕ ਨੂੰ ਦਿਖਾਉਂਦਾ ਆ, ਕਿਉਂਕਿ ਯਿਸੂ ਮਸੀਹ ਨੇ ਖੁਦ ਆਪਣੇ ਸ਼ਬਦਾਂ ਤੋਂ ਕਿਹਾ ਕਿ ਇੱਕ ਵਿਅਕਤੀ ਜਿਹੜਾ ਤੇਰੇ ਦੋਨਾਂ ਅੱਖਾਂ ਹੋਣ ਦੀ ਬਜਾਏ ਜੇਕਰ ਤੂੰ ਪਾਪ ਕਰਦਾ ਹੈ ਤਾਂ ਆਪਣੀ ਇੱਕ ਅੱਖ ਨੂੰ ਕੱਢ ਕੇ ਸਿੱਟ ਦੇ, ਇਸ ਤੋਂ ਚੰਗਾ ਹੈ ਕਿ ਤੂੰ ਸਾਰਾ ਸਰੀਰ ਹੁੰਦਿਆਂ ਨਰਕ ਦੇ ਵਿੱਚ ਜਾਵੇਂ। ਅੱਗ ਜਿਹੜੀ ਨਰਕ ਨੂੰ ਦਿਖਾਉਂਦੀ, ਜਦੋਂ ਅਸੀਂ ਦੇਖਦੇ ਹਾਂ ਉਤਪੱਤੀ ਦੀ ਪੁਸਤਕ, ਉਹਦੇ ਵਿੱਚ ਜਦੋਂ ਸਦੋਮ ਅਤੇ ਅਮੋਰਾ ਨੂੰ ਨਸ਼ਟ ਕੀਤਾ ਗਿਆ ਅਧਿਆਇ 19 ਦੇ ਵਿੱਚ, ਉੱਥੇ ਅੱਗ ਉਤਰੀ ਪਰਮੇਸ਼ਰ ਦੀ। ਪ੍ਰਕਾਸ਼ ਦੀ ਪੋਥੀ ਦੇ ਵਿੱਚ ਅੱਗ ਦੀ ਝੀਲ ਨੂੰ ਅਸੀਂ ਦੇਖਦੇ ਹਾਂ ਲਿਖਿਆ, ਜਦੋਂ ਕਦੀ ਵੀ ਪਰਮੇਸ਼ਰ ਦਾ ਕ੍ਰੋਧ ਆਇਆ ਅੱਗ ਦੇ ਨਾਲ ਉਤਰ ਆਇਆ, ਅੱਗ ਦੀ ਗੱਲ ਹੋਈ। ਸੋ ਇੱਥੇ ਜਿਹੜਾ ਕੰਟੈਕਸਟ ਆ, ਕੰਟੈਕਸਟ ਇਜ਼ ਦਾ ਕੀ, ਜਿਹੜਾ ਸੰਦਰਭ ਆ ਉਹ ਵਚਨ ਨੂੰ ਸਮਝਣ ਦੀ ਕੁੰਜੀ ਆ। ਸੋ ਇੱਥੇ ਜਿਹੜਾ ਕੰਟੈਕਸਟ ਆ ਉਹਦੇ ਵਿੱਚ ਬਲੇਸਿੰਗ ਅਤੇ ਕਰਸ ਆ। ਸੋ ਜਾਂ ਤਾਂ ਇੱਕ ਵਿਅਕਤੀ ਪਵਿੱਤਰ ਆਤਮਾ ਦਾ ਬਪਤਿਸਮਾ ਪਾਏਗਾ ਜਾਂ ਫਿਰ ਉਹ ਅੱਗ ਦਾ ਬਪਤਿਸਮਾ ਪਾਏਗਾ। ਪਰ ਇਹ ਵਿਅਕਤੀ ਦੇ ਉੱਤੇ ਨਿਰਭਰ ਕਰਦਾ ਕਿ ਉਹਨੇ ਕਿਹੜਾ ਬਪਤਿਸਮਾ ਲੈਣਾ। ਜੇਕਰ ਉਹ ਸੱਚੀ ਤੌਬਾ ਕਰੇਗਾ ਤਾਂ ਉਹ ਬਪਤਿਸਮਾ ਲਵੇਗਾ ਪਵਿੱਤਰ ਆਤਮਾ ਦਾ, ਅਤੇ ਉਹ ਪਰਮੇਸ਼ਰ ਦੇ ਵਰਦਾਨ ਪਾਏਗਾ, ਸਵਰਗ ਰਾਜ ਨੂੰ ਪਾਏਗਾ, ਪਰਮੇਸ਼ਰ ਦੇ ਰਾਜ ਦੀਆਂ ਬਰਕਤਾਂ ਨੂੰ ਪਾਏਗਾ। ਪਰ ਜੇਕਰ ਉਹ ਝੂਠੀ ਤੌਬਾ ਕਰਦਾ ਇਹਨਾਂ ਸ਼ਾਸਤਰੀਆਂ ਫਰੀਸੀਆਂ ਦੀ ਤਰ੍ਹਾਂ, ਤਾਂ ਨਰਕ ਦੀ ਅੱਗ ਦਾ ਬਪਤਿਸਮਾ ਪਾਏਗਾ। ਉਹ ਨਰਕ, ਉਸ ਦੀ ਪਹਿਚਾਣ ਜਿਹੜੀ ਉਹ ਨਰਕ ਦੇ ਨਾਲ ਜੋੜੀ ਜਾਵੇਗੀ। ਅਤੇ ਬਪਤਿਸਮੇ ਦਾ ਮਤਲਬ ਕੀ ਆ? ਪਹਿਚਾਣ ਜੋੜਨਾ। ਅਤੇ ਉਸ ਦੀ ਪਹਿਚਾਣ ਕਿੱਥੇ ਹੋਵੇਗੀ? ਨਰਕ ਦੇ ਨਾਲ, ਅੱਗ ਦੇ ਨਾਲ। ਜਾਂ ਤਾਂ ਉਸ ਦੀ ਪਹਿਚਾਣ ਪਵਿੱਤਰ ਆਤਮਾ ਨਾਲ ਹੋਵੇਗੀ ਜਾਂ ਉਸ ਦੀ ਪਹਿਚਾਣ ਅੱਗ ਦੇ ਨਾਲ ਹੋਵੇਗੀ। ਹਾਲੇਲੂਇਆ। ਸੋ ਅਸੀਂ ਅੱਗੇ ਪੜਾਂਗੇ। ਉਹਦੀ ਤੰਗੁਲੀ ਉਹਦੇ ਹੱਥ ਵਿੱਚ ਹੈ, ਹਾਂਜੀ, ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੂ ਅਤੇ ਆਪਣੀ ਕਣਕ ਨੂੰ ਕੋਠੇ ਵਿੱਚ ਜਮਾ ਕਰੂ, ਹਾਂਜੀ, ਪਰ ਤੂੜੀ ਨੂੰ ਉਸ ਅਗਨ ਵਿੱਚ ਸਾੜੇਗਾ ਜਿਹੜੀ ਬੁਝਣ ਵਾਲੀ ਨਹੀਂ। ਆਮੀਨ। ਸੋ ਇੱਥੇ ਫਿਰ ਤੋਂ ਦੇਖੋ ਗੱਲ ਕਾਦੀ ਹੁੰਦੀ ਆ। ਇੱਥੇ ਪਹਿਲਾਂ ਉਸਨੇ ਕਿਹਾ ਪੇੜ ਦੀ ਗੱਲ ਕੀਤੀ ਕਿ ਚੰਗਾ ਪੇੜ ਜਿਹੜਾ ਉਹ ਬਚਾਇਆ ਜਾਵੇਗਾ, ਫਰੂਟਫੁਲ ਹੋਵੇਗਾ, ਪਰ ਜਿਹੜਾ ਨਿਕੰਮਾ ਪੇੜ ਆ ਉਹ ਵੱਢ ਦਿੱਤਾ ਜਾਵੇਗਾ। ਇੱਥੇ ਫਿਰ ਇੱਕ ਗੱਲ ਲੈਂਦਾ ਕਿ ਉਹਦੀ ਤੰਗਲੀ ਉਹਦੇ ਹੱਥ ਵਿੱਚ ਆ, ਅਤੇ ਇਸ ਦੇ ਲਈ ਤੰਗਲੀ ਦੇ ਲਈ ਇੱਕ ਵਧੀਆ ਸ਼ਬਦ ਜੇਕਰ ਲਾਈਏ ਤਾਂ ਉਹ ਸ਼ਬਦ ਹੈ ਛੱਜ, ਕਿ ਉਹਦਾ ਛੱਜ ਜਿਹੜਾ ਹੈ ਉਹਦੇ ਹੱਥ ਵਿੱਚ ਆ, ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੂਗਾ, ਅਤੇ ਕਣਕ ਜਿਹੜੀ ਉਹਨੂੰ ਪੜੋਲੇ ਵਿੱਚ ਇਕੱਠਾ ਕਰੇਗਾ ਤੇ ਤੂੜੀ ਨੂੰ ਅੱਗ ਵਿੱਚ ਸਾੜੇਗਾ। ਸੋ ਪਹਿਲਾਂ ਪੇੜ ਦੇ ਨਾਲ ਤੁਲਨਾ ਕਰਦਾ, ਹੁਣ ਉਹ ਕਣਕ ਤੇ ਤੂੜੀ ਦੇ ਨਾਲ ਤੁਲਨਾ ਕਰਦਾ। ਅਤੇ ਉਸ ਸਮੇਂ ਦੇ ਵਿੱਚ ਇਦਾਂ ਹੁੰਦਾ ਸੀਗਾ ਕਿ ਜਦੋਂ ਇੱਕ ਵਿਅਕਤੀ ਆਪਣੀ ਫਸਲ ਨੂੰ ਕੱਟ ਚੁੱਕਦਾ ਆ ਤਾਂ ਇੱਕ ਜਗ੍ਹਾ ਪੱਕੀ ਜ਼ਮੀਨ ਦੇ ਉੱਤੇ ਇਕੱਠੇ ਕਰਦਾ, ਅਤੇ ਉੱਥੇ ਬੈਲ ਚਲਾਏ ਜਾਂਦੇ ਆ, ਉਸ ਨੂੰ ਪੂਰੀ ਤਰ੍ਹਾਂ ਫੇਂ ਦਿੱਤਾ ਜਾਂਦਾ, ਉਸ ਦੇ ਵਿੱਚੋਂ ਬੀ ਅਲੱਗ ਕਰ ਦਿੱਤੇ ਜਾਂਦੇ ਆ, ਕਣਕ ਦੇ ਦਾਣੇ ਅਲੱਗ ਅਤੇ ਤੂੜੀ। ਪਰ ਉਹ ਦੋਨੇ ਇਕੱਠੇ ਆ, ਕਣਕ ਤੇ ਤੂੜੀ ਥੱਲੇ ਇਕੱਠੀ ਪਈ। ਹੁਣ ਇੱਕ ਜਿਹੜਾ ਕਿਸਾਨ ਆ, ਇੱਕ ਛੱਜ ਲੈਂਦਾ, ਅਤੇ ਜਦੋਂ ਹਵਾ ਚੱਲਦੀ ਆ ਉਹਨੂੰ ਉਡਾਉਣਾ ਸ਼ੁਰੂ ਕਰਦਾ ਆ, ਤੇ ਜਿਹੜੀ ਕਣਕ ਉਹ ਥੱਲੇ ਰਹਿ ਜਾਂਦੀ, ਤੂੜੀ ਜਿਹੜੀ ਉੜ ਕੇ ਪਰੇ ਚੱਲ ਜਾਂਦੀ ਆ। ਸੋ ਕਹਿੰਦਾ ਉਹਦੀ ਤੰਗਲੀ, ਉਹਦਾ ਛੱਜ ਉਹਦੇ ਹੱਥ ਵਿੱਚ ਆ, ਉਹ ਕੀ ਕਰੇਗਾ? ਆਪਣੇ ਪਿੜ ਨੂੰ ਚੰਗੀ ਤਰ੍ਹਾਂ ਇਕੱਠਾ ਹੀ ਕਰੂਗਾ, ਉਹ ਛੱਜ ਲਵੇਗਾ ਅਤੇ ਉਹ ਉਡਾਉਣਾ ਸ਼ੁਰੂ ਕਰੇਗਾ।
ਅਤੇ ਜਿਹੜੀ ਕਣਕ ਆ ਉਹ ਰਹਿ ਜਾਣੀ ਤੇ ਜਿਹੜੀ ਤੂੜੀ ਉੱਡ ਜਾਣੀ ਆ। ਇੱਕ ਟਾਈਮ ਆਉਣਾ ਆ, ਯਹੋਨਾ ਬਪਤਿਸਮਾ ਦੇਣ ਵਾਲਾ ਨਹੀਂ ਸੀ ਜਾਣਦਾ ਕਿ ਯਿਸੂ ਮਸੀਹ ਦਾ ਜਿਹੜਾ ਇਹ ਸੈਕੰਡ ਕਮਿੰਗ ਅਤੇ ਫਸਟ ਕਮਿੰਗ ਬਾਰੇ ਉਹਨੂੰ ਨਹੀਂ ਸੀ ਪਤਾ ਕਿ ਪਹਿਲਾ ਆਗਮਨ ਅਤੇ ਦੂਜਾ ਆਗਮਨ ਹੋਵੇਗਾ। ਇਹ ਸਾਨੂੰ ਪਤਾ ਆ, ਇਸ ਕਰਕੇ ਉਹ ਕਹਿੰਦਾ ਕਿ ਉਹਦੀ ਤੰਗੜੀ ਉਹਦੇ ਹੱਥ ਵਿੱਚ ਆ, ਕਿਉਂਕਿ ਉਹ ਸੋਚਦਾ ਸੀ ਕਿ ਇੱਕੋ ਟਾਈਮ ਦੇ ਵਿੱਚ ਨਿਆਂ ਤੇ ਬਰਕਤਾਂ ਦੋਨੇ ਇੱਕੋ ਟਾਈਮ ਦੇ ਵਿੱਚ ਮਿਲ ਜਾਣਾ। ਪਰ ਅਸੀਂ ਜਾਣਦੇ, ਬਾਈਬਲ ਸਾਨੂੰ ਦੱਸਦੀ ਕਿ ਇਹ ਦੋ ਅਲੱਗ-ਅਲੱਗ ਟਾਈਮ ਆ। ਪਰ ਇਹ ਟਾਈਮ ਆਉਣਾ ਆ, ਇੱਕ ਟਾਈਮ ਆ ਜਾਣਾ ਜਿਹਨੂੰ ਅਸੀਂ ਕਹਿੰਦੇ ਆ ਸਫੇਦ ਸਿੰਘਾਸਨ ਦਾ ਨਿਆਂ। ਉਸ ਟਾਈਮ ਦੇ ਵਿੱਚ ਕੀ ਹੋਣਾ ਆ, ਜਿਹੜੀ ਕਣਕ ਆ ਉਹਨੇ ਰਹਿ ਜਾਣਾ ਹੀ ਉਹ ਪਰਮੇਸ਼ਰ ਦੇ ਲਈ, ਉਹਨੇ ਪਰਮੇਸ਼ਰ ਦੇ ਘਰ ਦੇ ਵਿੱਚ ਚਲ ਜਾਣਾ। ਜਿੱਦਾਂ ਉਹ ਕਹਿੰਦਾ ਕਿ ਉਹ ਕਣਕ ਨੂੰ ਲੈ ਕੇ ਭੜੋਲੇ ਵਿੱਚ ਜਮਾ ਕਰੇਗਾ, ਅਤੇ ਪਰ ਜਿਹੜੀ ਤੂੜੀ ਆ ਉਹਨੇ ਉੱਡ ਜਾਣਾ ਆ, ਉਹਨੂੰ ਉੱਡਣਾ ਪੈਣਾ ਆ। ਤੇ ਕਿਹੜੀ ਚੀਜ਼ ਉਹਨੂੰ ਉਡਾਵੇਗੀ? ਹਵਾ ਜਿਹੜੀ ਆ ਉਹ ਇਸ ਗੱਲ ਨੂੰ ਤੈਅ ਕਰ ਦਿੰਦੀ ਆ ਕਿ ਕਣਕ ਥੱਲੇ ਰਹੂਗੀ ਤੇ ਤੂੜੀ ਜਿਹੜੀ ਆ ਪਰੇ ਜਾਏਗੀ। ਇਸੇ ਤਰ੍ਹਾਂ ਨਿਆਂ ਜਿਹੜਾ ਪਰਮੇਸ਼ਰ ਦਾ ਉਸ ਗੱਲ ਨੂੰ ਤੈਅ ਕਰ ਦੂਗਾ ਕਿ ਕਿਹੜੇ ਬੰਦੇ ਨੇ ਇੱਥੇ ਰਹਿਣਾ ਆ ਤੇ ਕਿਹੜੇ ਬੰਦੇ ਨੇ ਨਰਕ ਦੇ ਵਿੱਚ ਜਾਣਾ। ਜੇਕਰ ਅੱਜ ਅਸੀਂ ਕਣਕ ਨਹੀਂ ਆ, ਜੇਕਰ ਅਸੀਂ ਵਚਨ ਵਿੱਚ ਨਹੀਂ ਆ, ਕਿ ਜੇਕਰ ਅਸੀਂ ਪਰਮੇਸ਼ਰ ਦੇ ਵਚਨ 'ਚ ਨਹੀਂ, ਜੇਕਰ ਅਸੀਂ ਪਰਮੇਸ਼ਰ ਦੇ ਡਰ ਭੈ ਦੇ ਵਿੱਚ ਨਹੀਂ ਆ, ਫਿਰ ਅਸੀਂ ਤੂੜੀ ਦੀ ਤਰ੍ਹਾਂ ਹਟਾਏ ਜਾਣਾ ਆ ਤੇ ਸਾਡਾ ਅੰਤ ਕੀ ਹੋਣਾ ਆ? ਨਰਕ ਹੋਣਾ ਹੈ। ਜਿਸ ਤਰ੍ਹਾਂ ਜ਼ਬੂਰ 1 ਦੇ ਵਿੱਚ ਲਿਖਿਆ, ਕਹਿੰਦਾ ਕਿ ਦੁਸ਼ਟ ਜਿਹੜੇ ਆ ਤੂੜੀ ਦੀ ਤਰ੍ਹਾਂ ਹਟਾ ਦਿੱਤੇ ਜਾਣਗੇ, ਦੁਸ਼ਟਾਂ ਦਾ ਨਾਸ਼ ਪੱਕਾ ਆ। ਪਰ ਲਿਖਿਆ ਕਿ ਧਰਮੀ ਜਿਹੜੇ ਆ ਉਹ ਸਦਾ ਆਨੰਦ ਹੋਣਗੇ, ਉਸ ਪੇੜ ਦੇ ਵਾਂਗੂ ਹੋਣਗੇ ਜਿਹੜਾ ਪਾਣੀਆਂ ਦੀਆਂ ਨਦੀਆਂ ਤੇ ਲੱਗਿਆ, ਜਿਹਦੇ ਪੱਤੇ ਨਹੀਂ ਕਮਲਾਉਂਦੇ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਆ। ਹਾਲੇਲੂਇਆ। ਸੋ ਇੱਥੇ ਕੀ ਅੱਜ ਅਸੀਂ ਦੇਖਦੇ ਹਾਂ ਅੱਜ ਦੇ ਮੈਸੇਜ ਦੇ ਦੁਆਰਾ, ਯਹੋਨਾ ਬਪਤਿਸਮਾ ਦੇਣ ਵਾਲੇ ਦੀ ਪ੍ਰੀਚਿੰਗ ਕੀ ਸੀ ਕਿ ਤੌਬਾ ਦੇ ਯੋਗ ਫਲ ਲੈ ਕੇ ਆਓ। ਜੇਕਰ ਤੁਸੀਂ ਕਹਿੰਦੇ ਹੋ ਕਿ ਜੇਕਰ ਤੁਸੀਂ ਬਪਤਿਸਮਾ ਲੈਣ ਲਈ ਆ ਰਹੇ ਹੋ ਸ਼ਾਸਤਰੀਓ, ਸਦੂਕੀਓ ਤੇ ਫਰੀਸੀਓ, ਤਾਂ ਫਿਰ ਸੱਚੀ ਤੌਬਾ ਲੈ ਕੇ ਆਓ। ਜੇਕਰ ਤੁਹਾਡੀ ਸੱਚੀ ਤੌਬਾ ਹੈ ਤਾਂ ਉਸ ਦਾ ਫਲ ਕਿੱਥੇ ਆ? ਤੁਹਾਡਾ ਫਲ ਦਿਖਣਾ ਚਾਹੀਦਾ ਅਤੇ ਉਹ ਫਲ ਤੁਹਾਡੇ ਜੀਵਨ ਤੋਂ ਪਹਿਚਾਣਿਆ ਜਾਵੇਗਾ। ਤੁਹਾਡਾ ਜੀਵਨ ਬਦਲਣਾ ਚਾਹੀਦਾ, ਤੁਹਾਡੀ ਸੋਚ, ਤੁਹਾਡਾ ਰਹਿਣ ਬਹਿਣ ਬਦਲਣਾ ਚਾਹੀਦਾ। ਅਤੇ ਉਹਨੇ 2 ਤਰ੍ਹਾਂ ਦੀ ਉਦਾਹਰਨ ਲਈ ਕਿ ਜਿਹੜਾ ਪੇੜ ਹੈ ਬੁਰਾ ਆ ਉਹ ਕੱਟਿਆ ਜਾਵੇਗਾ ਅਤੇ ਜਿਹੜੀ ਤੂੜੀ ਆ ਨਰਕ ਦੇ ਵਿੱਚ ਸਿੱਟੀ ਜਾਵੇਗੀ। ਅਤੇ ਉਸੇ ਤਰ੍ਹਾਂ ਜਿਹੜਾ ਪੇੜ ਚੰਗਾ ਉਹ ਚੰਗਾ ਫਲ ਦੇਵੇਗਾ ਅਤੇ ਜਿਹੜੀ ਕਣਕ ਆ ਉਹ ਸਵਰਗ ਰਾਜ ਦੇ ਵਿੱਚ ਚਲੀ ਜਾਏਗੀ ਅਤੇ ਜਿਹੜੀ ਤੂੜੀ ਆ ਉਹ ਨਰਕ ਦੇ ਵਿੱਚ ਚਲੀ ਜਾਏਗੀ। ਸੋ ਅੱਜ ਸਾਡੇ ਉੱਤੇ ਡਿਪੈਂਡ ਆ, ਜੇਕਰ ਅਸੀਂ ਸੱਚੀ ਤੌਬਾ ਕਰਦੇ ਆ ਤਾਂ ਫਿਰ ਸਾਡੀ ਤੌਬਾ ਦਾ ਫਲ ਦਿਖਾਈ ਦੇਵੇਗਾ, ਫਿਰ ਸਾਡਾ ਜੀਵਨ ਬਦਲਿਆ ਦਿਖਾਈ ਦੇਵੇਗਾ। ਅਤੇ ਜੇਕਰ ਨਹੀਂ ਤਾਂ ਫਿਰ ਅਸੀਂ ਤੂੜੀ ਦੀ ਤਰ੍ਹਾਂ ਆ, ਜਿਹੜੀ ਮਾੜੀ ਜੀ ਹਵਾ ਜਿਹੜੀ ਆ ਉਹ ਵੀ ਦੱਸ ਦਿੰਦੀ ਆ ਕਿ ਇਹ ਕਣਕ ਆ, ਇਹ ਤੂੜੀ ਆ, ਇਹ ਕਣਕ ਨਹੀਂ ਆ। ਜੇਕਰ ਸਾਡੀ ਲਾਈਫ ਦੇ ਵਿੱਚ ਪਰਮੇਸ਼ਰ ਦਾ ਵਚਨ ਨਹੀਂ ਆ, ਸਾਡੀ ਲਾਈਫ ਪਰਮੇਸ਼ਰ ਦੇ ਵਚਨ ਦੇ ਨਾਲ ਨਹੀਂ ਭਰੀ ਹੋਈ ਸਾਡਾ ਜੀਵਨ, ਤਾਂ ਫਿਰ ਅਸੀਂ ਤੂੜੀ ਦੀ ਤਰ੍ਹਾਂ ਇੱਕ ਹਵਾ ਦੇ ਝੋਕੇ ਦੇ ਨਾਲ ਉਡਾ ਦਿੱਤੇ ਜਾਵਾਂਗੇ ਅਤੇ ਸਾਡਾ ਸਥਾਨ ਨਰਕ ਹੋਵੇਗਾ। ਸੋ ਸੱਚੀ ਅਤੇ ਝੂਠੀ ਤੌਬਾ ਦੇ ਵਿੱਚ ਅੰਤਰ ਆ। ਸੱਚੀ ਤੌਬਾ ਜਿਹੜੀ ਆ ਉਹ ਹਮੇਸ਼ਾ ਕਰਮਾਂ ਤੋਂ ਪਹਿਚਾਣੀ ਜਾਂਦੀ ਆ। ਉਹਦੇ ਵਿੱਚ ਉਹ ਜਿਹੜਾ ਬੰਦਾ ਸੱਚੀ ਤੌਬਾ ਕਰਦਾ ਉਹਦੇ ਕੰਮ ਬਦਲ ਜਾਂਦੇ, ਉਹਦਾ ਰਹਿਣਾ ਬਹਿਣਾ ਉੱਠਣਾ ਬੈਠਣਾ ਬਦਲ ਜਾਂਦਾ। ਅਤੇ ਝੂਠੀ ਤੌਬਾ ਉਹ ਸਿਰਫ ਸ਼ਬਦ ਹੀ ਹੁੰਦੇ ਆ, ਉਹ ਬਪਤਿਸਮਾ ਹੁੰਦਾ ਆ, ਬਪਤਿਸਮੇ ਦਾ ਸਰਟੀਫਿਕੇਟ ਹੁੰਦਾ ਆ, ਚਰਚ ਦੇ ਵਿੱਚ ਆਉਣਾ ਜਾਣਾ ਹੁੰਦਾ, ਪਰ ਉਸ ਵਿਅਕਤੀ ਦੀ ਲਾਈਫ ਦੇ ਵਿੱਚ ਕੁਝ ਬਦਲਾਵ ਨਹੀਂ ਹੁੰਦਾ। ਅਤੇ ਜਿੱਦਾਂ ਦੀ ਸਾਡੀ ਤੌਬਾ ਉਦਾਂ ਦਾ ਸਾਨੂੰ ਫਲ ਮਿਲਣਾ, ਜਿੱਦਾਂ ਦੀ ਸਾਡੀ ਤੌਬਾ ਉਦਾਂ ਦਾ ਸਾਨੂੰ ਬਪਤਿਸਮਾ ਮਿਲਣਾ। ਜੇਕਰ ਸਾਡੀ ਸੱਚੀ ਤੌਬਾ ਤਾਂ ਅਸੀਂ ਪਵਿੱਤਰ ਆਤਮਾ ਦਾ ਬਪਤਿਸਮਾ ਪਾਵਾਂਗੇ, ਅਸੀਂ ਆਤਮਾ ਦੇ ਵਰਦਾਨਾਂ ਨਾਲ ਭਰੇ ਹੋਵਾਂਗੇ, ਆਤਮਾ ਦੇ ਫਲਾਂ ਦੇ ਨਾਲ। ਪਰ ਜੇਕਰ ਸਾਡੀ ਝੂਠੀ ਤੌਬਾ ਆ ਫਿਰ ਨਰਕ ਦਾ ਬਪਤਿਸਮਾ, ਜਿਹੜਾ ਨਰਕ ਦੇ ਵਿੱਚ ਜਾਣਾ, ਨਰਕ ਦੀ ਅੱਗ ਦਾ ਬਪਤਿਸਮਾ ਸਾਡੇ ਲਈ ਤੈਅ ਆ। ਪਰ ਅੱਜ ਸਾਡੇ ਤੇ ਡਿਪੈਂਡ ਆ ਕਿ ਅਸੀਂ ਕੀ ਚੁਣਦੇ ਆ। ਕਿ ਅਸੀਂ ਉਹਨਾਂ ਲੋਕਾਂ ਦੀ ਤਰ੍ਹਾਂ ਜਿਹੜੇ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਕੋਲ ਆਏ, ਜਦੋਂ ਉਹਨਾਂ ਨੇ ਉਹਦੇ ਪ੍ਰਚਾਰ ਨੂੰ ਸੁਣਿਆ, ਤੌਬਾ ਕਰੋ ਤੇ ਮਨ ਫਿਰਾਓ ਕਿਉਂ ਜੋ ਪਰਮੇਸ਼ਰ ਦਾ ਰਾਜ ਨੇੜੇ ਆ। ਕਿ ਅਸੀਂ ਉਹਨਾਂ ਦੀ ਤਰ੍ਹਾਂ ਸੱਚੀ ਤੌਬਾ ਕਰਦੇ, ਆਪਣੇ ਪਾਪਾਂ ਗੁਨਾਹਾਂ ਨੂੰ ਮੰਨ ਕੇ ਸੱਚੀ ਤੌਬਾ ਕਰਕੇ ਬਪਤਿਸਮਾ ਲੈਣੇ, ਪਰਮੇਸ਼ਰ ਦੇ ਪਿੱਛੇ ਚੱਲਣ ਲਈ ਤਿਆਰ ਹੋਣੇ, ਜਿਹਨਾਂ ਸ਼ਾਸਤਰੀਆਂ ਫਰੀਸੀਆਂ ਦੀ ਤਰ੍ਹਾਂ ਇੱਕ ਲਾਇਸੈਂਸ ਸਮਝ ਕੇ ਕਿ ਚਲੋ ਬਪਤਿਸਮਾ ਲੈ ਲਓ, ਜੇਕਰ ਯਿਸੂ ਮਸੀਹ ਆ ਗਿਆ ਤਾਂ ਬਚ ਨਿਕਲਾਂਗੇ। ਜਾਂ ਅਸੀਂ ਇਹਨਾਂ ਦੀ ਤਰ੍ਹਾਂ ਬਹਾਨਾ ਸਮਝ ਬਣਾਉਣਾ ਚਾਹੁੰਦੇ ਆ ਜਾਂ ਇੱਕ ਲਾਇਸੈਂਸ ਵਿੱਚ ਸਮਝਣਾ ਚਾਹੁੰਦੇ ਆ। ਇਹ ਸਾਡੇ ਉੱਤੇ ਡਿਪੈਂਡ ਆ। ਅੱਜ ਸਾਨੂੰ ਸੱਚੀ ਤੌਬਾ ਕਰਨ ਦੀ ਲੋੜ ਆ, ਕਿਉਂਕਿ ਅੱਜ ਸਾਡੇ ਕੋਲ ਟਾਈਮ ਆ। ਪਤਾ ਨਹੀਂ ਅੱਜ ਅਸੀਂ, ਜੇ ਹੋ ਸਕਦਾ ਕਿ ਅਸੀਂ ਇਸ ਮੈਸੇਜ ਨੂੰ ਸੁਣ ਰਹੇ ਆ, ਪਰ ਸ਼ਾਇਦ ਕੱਲ ਦਾ ਦਿਨ ਸਾਡੇ ਕੋਲ ਨਾ ਹੋਵੇ। ਜੇਕਰ ਸਾਡਾ ਅੱਜ ਹੀ ਲਾਸਟ ਦਿਨ ਹੋਵੇ ਤਾਂ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਅਸੀਂ ਪ੍ਰਭੂ ਦੇ ਰਾਜ ਵਿੱਚ ਜਾਣ ਲਈ ਤਿਆਰ ਆ, ਕਿਉਂਕਿ ਬਾਈਬਲ ਕਹਿੰਦੀ ਹੈ ਕਿ ਯਿਸੂ ਮਸੀਹ ਬਹੁਤ ਜਲਦੀ ਆਉਣ ਵਾਲਾ ਆ। ਤੇ ਜੇਕਰ ਅਸੀਂ ਤਿਆਰ ਨਹੀਂ ਆ, ਅਸੀਂ ਤੌਬਾ ਨਹੀਂ ਕੀਤੀ, ਮਨ ਨਹੀਂ ਫਿਰਾਇਆ, ਤਾਂ ਫਿਰ ਅਸੀਂ ਕਦੀ ਪਰਮੇਸ਼ਰ ਦੇ ਰਾਜ ਵਿੱਚ ਐਂਟਰ ਨਹੀਂ ਕਰ ਸਕਦੇ। ਅਸੀਂ ਪ੍ਰਾਰਥਨਾ ਕਰਾਂਗੇ। ਸਰਵਸ਼ਕਤੀਮਾਨ ਪਿਤਾ ਜੀ,
मैं ਤੁਹਾਡਾ ਧੰਨਵਾਦ ਤੁਹਾਡੇ ਸ਼ੁਕਰ ਕਰਦਾ ਅੱਜ ਦੇ ਇਸ ਮੈਸੇਜ ਦੇ ਲਈ ਪਿਤਾ ਮੇਰੇ ਪਰਮੇਸ਼ਰ। ਉਹ ਪਿਤਾ ਮੇਰੇ ਪਰਮੇਸ਼ਰ ਜਿਨ੍ਹਾਂ ਨੇ ਪਿਤਾ ਮੇਰੇ ਪਰਮੇਸ਼ਰ ਅੱਜ ਦਾ ਮੈਸੇਜ ਸੁਣਿਆ ਆ ਅਤੇ ਸੁਣਨ ਜਾ ਰਹੇ ਪਿਤਾ ਮੇਰੇ ਪਰਮੇਸ਼ਰ, ਮੈਂ ਪ੍ਰਾਰਥਨਾ ਕਰਦਾ ਹਰ ਇੱਕ ਵਿਅਕਤੀ ਦੇ ਲਈ ਪਿਤਾ ਜਿਹਦੇ ਹਿਰਦੇ ਨੂੰ ਤੂੰ ਛੂਇਆ ਹੈ ਪਿਤਾ ਮੇਰੇ ਪਰਮੇਸ਼ਰ, ਅਤੇ ਉਸਨੇ ਪਿਤਾ ਮੇਰੇ ਪਰਮੇਸ਼ਰ ਤੇਰੇ ਵਚਨ ਚੋਂ ਸਿੱਖਿਆ ਆ ਕਿ ਸੱਚੀ ਤੌਬਾ ਜਿਹੜੀ ਆ ਉਹ ਫਲ ਨੂੰ ਲੈ ਕੇ ਆਉਂਦੀ ਆ, ਉਹ ਬਦਲਾਵ ਨੂੰ ਲੈ ਕੇ ਆਉਂਦੀ ਪਿਤਾ ਮੇਰੇ ਪਰਮੇਸ਼ਰ। ਉਹ ਪਿਤਾ ਮੇਰੇ ਪਰਮੇਸ਼ਰ ਜਦੋਂ ਇਹ ਤੌਬਾ ਕਰਦੇ ਆ ਤੇ ਇਹਨਾਂ ਦੇ ਜੀਵਨ ਦੇ ਵਿੱਚੋਂ ਫਲ ਆਏ ਪਿਤਾ ਮੇਰੇ ਪਰਮੇਸ਼ਰ। ਅੱਜ ਹਰ ਇੱਕ ਵਿਅਕਤੀ ਪਿਤਾ ਮੇਰੇ ਪਰਮੇਸ਼ਰ ਜਿਹੜਾ ਸੱਚੇ ਦਿਲ ਤੋਂ ਤੌਬਾ ਕਰਦਾ ਆ, ਆਪਣੇ ਪਾਪਾਂ ਨੂੰ ਮੰਨ ਕੇ ਛੱਡਦਾ ਪਿਤਾ, ਮੈਂ ਤੇਰੀ ਦਇਆ ਤੇਰੀ ਕਿਰਪਾ ਦੇ ਜੀਵਨ ਦੇ ਵਿੱਚ ਮੰਗਦਾ ਆ। ਅਤੇ ਜੇਕਰ ਤੁਸੀਂ ਸੱਚੀ ਤੌਬਾ ਕਰ ਰਹੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਕਿ ਪ੍ਰਭੂ ਯਿਸੂ ਮਸੀਹ, ਮੈਂ ਆਪਣੇ ਗੁਨਾਹਾਂ ਨੂੰ ਮੰਨਦਾ ਆ, ਮੈਂ ਆਪਣੇ ਸਾਰੇ ਗੁਨਾਹਾਂ ਨੂੰ ਛੱਡ ਦਿੰਨਾ, ਮੈਂ ਤੇਰੇ ਵਿਰੁੱਧ ਵਿੱਚ ਪਾਪ ਕੀਤਾ ਆ, ਪਰ ਹੁਣ ਮੈਂ ਤੇਰੇ ਤੇ ਵਿਸ਼ਵਾਸ ਕਰਦਾ। ਮੈਂ ਪਿਤਾ ਤੇਰੇ ਪੁੱਤਰ ਯਿਸੂ ਮਸੀਹ ਦੇ ਤੇ ਵਿਸ਼ਵਾਸ ਕਰਦਾ ਕਿ ਉਹ ਮੇਰੇ ਗੁਨਾਹਾਂ ਦੇ ਬਦਲੇ ਮਾਰਿਆ ਗਿਆ। ਅਤੇ ਪਵਿੱਤਰ ਪਰਮੇਸ਼ਰ, ਮੈਂ ਆਪਣਾ ਜੀਵਨ ਤੇਰੇ ਵਚਨ ਦੇ ਅਨੁਸਾਰ ਚੱਲਣ ਦੇ ਲਈ ਬਿਤਾਉਣ ਦੇ ਲਈ ਤਿਆਰ ਆ। ਮੈਂ ਆਪਣਾ ਜੀਵਨ ਤੁਹਾਨੂੰ ਦਿੰਦਾ ਆ, ਮੈਂ ਆਪਣੇ ਜੀਵਨ ਨੂੰ ਬਦਲਦਾ ਆ, ਅਤੇ ਮੇਰੇ ਜੀਵਨ ਦੇ ਦੁਆਰਾ ਪਿਤਾ ਤੁਹਾਡੇ ਨਾਮ ਨੂੰ ਮਹਿਮਾ ਮਿਲੇ। ਮੇਰੇ ਜੀਵਨ ਦੇ ਵਿੱਚ ਆਓ, ਮੇਰੇ ਜੀਵਨ ਨੂੰ ਬਦਲੋ, ਮੇਰੇ ਉੱਤੇ ਕਿਰਪਾ ਕਰੋ। ਸੋ ਜੇਕਰ ਤੁਸੀਂ ਇਦਾਂ ਪ੍ਰਾਰਥਨਾ ਕਰਦੇ ਹੋ ਤਾਂ ਪਰਮੇਸ਼ਰ ਤੁਹਾਡੀ ਲਾਈਫ ਦੇ ਵਿੱਚ ਆਉਣ ਲਈ ਤਿਆਰ ਹੈ ਤੇ ਤੁਹਾਡੀ ਲਾਈਫ ਨੂੰ ਬਦਲਣ ਲਈ ਤਿਆਰ ਹੈ, ਤੇ ਪਰਮੇਸ਼ਰ ਤੁਹਾਨੂੰ ਅਨੁਗ੍ਰਹਿ ਦੇਵੇਗਾ ਤਾਂ ਕਿ ਤੁਸੀਂ ਉਹਦੇ ਪਰਮੇਸ਼ਰ ਦੇ ਵਚਨ ਦੇ ਉੱਤੇ ਚੱਲ ਸਕੋ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ। ਆਮੀਨ।